गुड मॉर्निंग स्टूडेंट्स आप आज न्यू थीम कराएंगे किंग एंड नॉलेज। टॉपिक नंबर 1, द मुगल्स एंड देयर एम्पायर। द नेम मुगल derived from Mughal. To the today's the term evokes the grandeur of an empire. It was not the name the ruler of dynasty choose for themselves. ਕਹਿੰਦੇ ਕਿ ਜਿਹੜਾ ਮੁਗਲ ਨਾਮ ਸੀਗਾ ਪਹਿਲਾਂ ਇਹ ਨਾਮ ਨਹੀਂ ਸੀ ਲਿਆ ਜਾਂਦਾ, ਇਸ ਡਾਇਨੈਸਟੀ ਦਾ ਨਾਮ ਬਾਅਦ ਵਿੱਚ ਪਿਆ। They refer to themselves as Taimurs, as descendant of the Turkish ruler Taimur of the paternal side. ਤੁਰਕਿਸ਼ ਦੇ ਰਾਜਾ ਜਿਹੜੇ ਸੀਗੇ ਤੈਮੂਰ, ਉਹਨਾਂ ਦੇ ਵੰਸ਼ਜ 'ਚ ਮੰਨਿਆ ਜਾਂਦਾ ਸੀਗਾ ਇਹਨਾਂ ਨੂੰ। ਬਾਬਰ ਦਾ ਫਸਟ ਮੁਗਲ ਰੂਲਰ ਵਾਜ਼ ਦਾ ਰਿਲੇਟਡ ਟੂ ਚੰਗੇਜ਼ ਖਾਨ ਫਰੋਮ ਹਿਜ਼ ਮਦਰ ਸਾਈਡ। ਬਾਬਰ ਮੁਗਲ ਅੰਪਾਇਰ ਦਾ ਪਹਿਲਾ ਰੂਲਰ ਸੀਗਾ ਜਿਸ ਦੀ ਕਿ ਮਦਰ ਚੰਗੇਜ਼ ਖਾਨ ਦੇ ਪਰਿਵਾਰ ਦੇ ਵਿੱਚੋਂ ਸੀਗੀ। During the 16th century, Europeans used the term Mughal to describe the Indian ruler of this branch of the family. 16th century ਦੇ ਵਿੱਚ ਯੂਰਪੀਅਨ ਨੇ ਮੁਗਲ ਨਾਮ ਰਿਪਰੈਜ਼ੈਂਟ ਕੀਤਾ। Over the past century, the word has been frequently used the name ਮੁਗਲੀ। ਕਾਫੀ ਸਮੇਂ ਤੋਂ ਬਾਅਦ ਇੱਕ ਹੋਰ ਨਾਮ ਮੁਗਲੀ ਜੋ ਕਿ ਦਾ ਯੰਗ ਹੀਰੋ ਰੁਦਰ ਕਲਿਪਿੰਗ ਜੰਗਲ ਬੁੱਕ ਇਸ ਡਰਾਈਵ ਫਰੋਮ ਇਟ। ਮੁਗਲੀ ਵੀ ਜਿਹੜਾ ਨਾਮ ਸੀਗਾ ਮੰਗੋਲਾਂ ਤੋਂ ਹੀ ਲਿਆ ਗਿਆ ਸੀਗਾ, ਜੋ ਕਿ ਰੁਦਰ ਕਲਿਪਿੰਗ ਦੀ ਬੁੱਕ ਸੀਗੀ ਜੰਗਲ ਬੁੱਕ। The empire was carved out of the number religious state of India through the conquest and political alliance between the Mughal and local chieftains. The founder of empire ਜ਼ਲਾਲੂਦੀਨ ਬਾਬਰ ਨੇ ਇੰਡੀਆ ਦੇ ਵਿੱਚ ਆ ਕੇ ਆਪਣੇ ਰਾਜ ਸਥਾਪਿਤ ਕਰਨੇ ਸ਼ੁਰੂ ਕਰ ਦਿੱਤੇ। ਕੁਝ ਉਸਨੇ ਅਲਾਇੰਸ ਕਰਕੇ ਸ਼ਹਿਰ ਜਿੱਤੇ ਸੀਗੇ, ਕੁਝ ਜਿੱਤ ਕੇ। Was driven for the Central Asia homeland Fergan by the warring Uzbeks. ਉਸ ਦਾ ਆਪਣਾ ਹੋਮਲੈਂਡ ਜਿਹੜਾ ਸੀ ਫਰਗਾਨ ਸੀਗਾ ਜੋ ਉਜ਼ਬੇਕਿਸਤਾਨ ਦੇ ਵਿੱਚ ਸੀਗਾ। The first established him in Kabul and then in 1526 pushed further into the Indian subcontinent in search of territory and resources to satisfy the needs to the member of his clan. ਪਹਿਲਾਂ ਉਸਨੇ ਕਾਬੁਲ ਨੂੰ ਜਿੱਤਿਆ 1526 ਦੇ ਵਿੱਚ ਇੰਡੀਆ ਦੇ ਸਬ ਕੰਟੀਨੈਂਟ ਦੇ ਵਿੱਚ ਆਇਆ। ਆਪਣੀ ਜਿਹੜੀ ਉਸਦੀ ਆਪਣੇ ਆਪ ਨੂੰ ਸੈਟਿਸਫਾਈ ਕਰਨ ਦੇ ਲਈ ਸੋਰਸ ਦੀ ਭਾਲ ਦੇ ਵਿੱਚ ਇੰਡੀਆ ਦੇ ਵਿੱਚ ਆਇਆ ਸੀਗਾ। ਇਹ ਸਕਸੈਸਰ ਨਸਰਾਉਦੀਨ ਹੁਮਾਯੂੰ 1530 to 40, 1555 to 56 expanded the frontiers of the empire but lost it to the Afghan leader Sher Shah Suri, who drove him to exile. Humayun took refuge in the court of the Safavid rulers of Iran. ਬਾਬਰ ਤੋਂ ਬਾਅਦ ਉਸ ਦਾ ਬੇਟਾ ਹੁਮਾਯੂੰ ਗੱਦੀ ਦੇ ਉੱਪਰ ਬੈਠਾ। ਉਸਨੇ ਆਪਣੇ ਰਾਜ ਦਾ ਕਾਫੀ ਵਿਸਤਾਰ ਕੀਤਾ, ਪਰ ਅਫਗਾਨ ਦੇ ਹੱਥੋਂ ਸ਼ੇਰ ਸ਼ਾਹ ਸੂਰੀ ਦੇ ਹੱਥੋਂ ਹਾਰ ਕੇ ਛੱਡ ਕੇ ਚਲਾ ਗਿਆ। ਹੁਮਾਯੂੰ ਸਫਾਵਿਦ ਰੂਲਰ ਦੇ ਈਰਾਨ ਦੇ ਵਿੱਚ ਕਾਫੀ ਟਾਈਮ ਰਿਹਾ। In 1555 ਹੁਮਾਯੂੰ defeated the Sur but died year later. 1555 ਵਿੱਚ ਹੁਮਾਯੂੰ ਨੇ ਦੁਬਾਰਾ ਸ਼ੇਰ ਸ਼ਾਹ ਸੂਰੀ ਨੂੰ ਹਰਾ ਦਿੱਤਾ, ਪਰ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। Many consider Jalaluddin Akbar the greatest of all Mughal emperors, for he not only expanded but also consolidated his empire, making it a large, strong and richest kingdom of its time. ਜਲਾਲੂਦੀਨ ਅਕਬਰ ਹੁਮਾਯੂੰ ਤੋਂ ਬਾਅਦ ਗੱਦੀ ਉੱਪਰ ਬੈਠਿਆ ਸੀਗਾ ਮੁਗਲ ਅੰਪਾਇਰ ਦੇ ਵਿੱਚ। ਉਸਨੇ ਆਪਣੇ ਰਾਜ ਦਾ ਵਿਸਥਾਰ ਨਹੀਂ ਕੀਤਾ, ਸਗੋਂ ਆਪਣੇ ਅੰਪਾਇਰ ਨੂੰ ਕਾਫੀ ਹੱਦ ਤੱਕ ਵਧਾਇਆ, ਸਟਰੋਂਗ ਬਣਾਇਆ ਔਰ ਇੱਕ ਰਿਚ ਕਿੰਗਡਮ ਸਟੈਬਲਿਸ਼ ਕੀਤਾ। Akbar succeeded in extending frontiers of empire to the Hindu Kush mountain and checked the expansionary design of the Uzbek Turan and Safavid of Iran. ਆਪਣੇ ਰਾਜ ਦਾ ਕਾਫੀ ਵਿਸਤਾਰ ਕੀਤਾ, ਹਿੰਦੂ ਕੁਸ਼ ਮਾਊਂਟੇਨ ਤੱਕ ਆਪਣੇ ਰਾਜ ਦਾ ਵਿਸਤਾਰ ਕੀਤਾ। ਉਜ਼ਬੇਕਿਸਤਾਨ ਸਫਾਵਿਦ ਰੂਲਰਸ ਤੱਕ ਨੇ ਆਪਣੇ ਰਾਜ ਨੂੰ ਵਿਸਤਾਰ ਕੀਤਾ। Had fair able to success Jahangir, Shah Jahan and
Aurangzeb. Much their characters were under the territorial expansion continued through the much reduced pace. ਜਹਾਂਗੀਰ ਦੇ ਟਾਈਮ, ਸ਼ਾਹਜਹਾਨ ਦੇ ਟਾਈਮ ਔਰ ਔਰੰਗਜ਼ੇਬ ਦੇ ਟਾਈਮ ਦੇ ਵਿੱਚ ਇਹਨਾਂ ਦਾ ਜਿਹੜਾ ਰਾਜ ਸੀਗਾ ਘਟਦਾ ਵੱਧਦਾ ਰਿਹਾ। The three rulers maintained and consolidated the various instruments of governments. ਇਹਨਾਂ ਤਿੰਨਾਂ ਨੇ ਆਪਣੇ ਰਾਜ ਦਾ ਵਿਸਥਾਰ ਕਰਕੇ ਇੱਕ ਗਵਰਨਮੈਂਟ ਇਸਟੈਬਲਿਸ਼ ਕੀਤੀ, ਗਵਰਨਮੈਂਟ ਵਧੀਆ ਤਰੀਕੇ ਨਾਲ ਚਲਾਉਣ ਲਈ ਸ਼ਾਸਨ ਪ੍ਰਬੰਧ ਨਿਯੁਕਤ ਕੀਤਾ। ਡਿਊਰਿੰਗ ਦ 16th and 17th centuries ਇੰਸਟੀਟਿਊਟ ਇੰਪੀਰੀਅਲ ਸਟਰਕਚਰ ਵੇ ਕ੍ਰੀਏਟਡ। 16ਵੀਂ 17ਵੀਂ ਸਦੀ ਦੇ ਵਿੱਚ ਇੰਪੀਰੀਅਲ ਸਟਰਕਚਰ ਨੂੰ ਬਣਾਇਆ ਗਿਆ। ਦਿਸ ਇਨਕਲੂਡ ਇਫੈਕਟਿਵ ਮੈਥਡਸ ਐਡਮਿਨਿਸਟ੍ਰੇਸ਼ਨਸ ਟੈਕਸ਼ਨਸ। ਇਹਦੇ ਵਿੱਚ ਸ਼ਾਸਨ ਪ੍ਰਬੰਧ ਵਧੀਆ ਚਲਾਉਣ ਲਈ ਟੈਕਸ ਕਰ ਕਾਫੀ ਲਾਗੂ ਕੀਤੇ ਗਏ। The visible centers of Mughal power was the court. Here political alliance and relationships where foreign status heritage different. The political system derived the Mughal was based on combination of military power. Political alliance ਕੀਤੇ ਗਏ, relationship ਦੇ ਨਾਲ ਵਧੀਆ ਬਣਾਏ ਗਏ, ਆਪਣੇ ਸਟੇਟਸ ਨੂੰ ਵਧੀਆ ਬਣਾਇਆ ਉਹਨਾਂ ਨੇ, ਔਰ ਪੋਲੀਟੀਕਲ ਸਿਸਟਮ ਨੂੰ ਵੀ ਪੋਲੀਟੀਕਲ ਪਾਵਰ ਦੇ ਨਾਲ ਕੰਡਕਟ ਕੀਤਾ। After the 1707 following the death of Aurangzeb, the power of the dynasty remains in place of the West apparatus of empire control from Delhi, Agra to Lahore. The different capital city regional power acquired greater autonomy, yet symbolic the price Mughal ruler did not lose it the era. In 1857, the last sections of the dynasty Bahadur Shah Zafar was overthrown by the British. ਔਰੰਗਜ਼ੇਬ ਦੀ ਡੈਥ ਹੋ ਗਈ ਸੀ 1707 ਦੇ ਵਿੱਚ। ਉਸ ਤੋਂ ਬਾਅਦ ਇਸ ਇੰਪਾਇਰ ਦੀ ਪਾਵਰ ਘਟਦੀ ਗਈ। ਆਪਣਾ ਜਿਹੜਾ ਕੰਟਰੋਲ ਸੀਗਾ ਦਿੱਲੀ, ਆਗਰਾ, ਲਾਹੌਰ ਦੇ ਵਿੱਚ ਅਲੱਗ-ਅਲੱਗ ਕੈਪੀਟਲ ਸਿਟੀਜ਼ ਦੇ ਵਿੱਚ ਪਾਵਰ ਇਹਨਾਂ ਦੀ ਘਟਦੀ ਗਈ ਸੀਗੀ। ਔਰ ਲਾਸਟ ਰਾਜਾ ਸੀਗਾ ਇਹਨਾਂ ਦਾ ਬਹਾਦਰ ਸ਼ਾਹ ਜ਼ਾਫਰ ਸੈਕਿੰਡ, ਜੋ ਕਿ 1857 ਤੋਂ ਬਾਅਦ ਉਤਾਰ ਦਿੱਤਾ ਗਿਆ। Next are 2 points. Topic number 2, the production of Cornwallis. Cornwallis commissioned by the Mughal Emperor are the importance of study the empire and its court. Cornwallis ਦੇ ਮੁਗਲ ਇੰਪਾਇਰ ਦੇ ਇੱਕ ਇੰਪੋਰਟੈਂਟ ਸੋਰਸ ਹੈ, ਜਿਸ ਤੋਂ ਬਾਅਦ ਜਿਨ੍ਹਾਂ ਤੋਂ ਇੰਪਾਇਰ ਦੇ ਔਰ ਦਰਬਾਰ ਬਾਰੇ ਪਤਾ ਲੱਗਦਾ ਆ। They were written in order to project a vision and allied kingdom to all those who came under the umbrella. ਇਤਿਹਾਸ ਲਿਖਣ ਦੇ ਨਾਲ ਕਹਿੰਦੇ ਕਿ ਕਿੰਗਡਮ ਦੇ ਉੱਪਰ ਕਿੰਗਡਮ ਦੇ ਗਿਆਨ ਦਾ ਪਤਾ ਲੱਗਦਾ ਹੈ, ਕਿੰਗਡਮ ਦੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ। At the same time they were meant to convey of this registered the ruler of the Mughals that resistance was designed to the fail. ਔਰ ਪਤਾ ਲੱਗਦਾ ਹੈ ਕਿ ਜਿਹੜੇ ਉਹਨਾਂ ਦੇ ਦੁਸ਼ਮਣ ਸੀਗੇ ਕਿਵੇਂ ਉਹ ਫੇਲ ਹੋਏ। Also the ruler wanted to ensure there was a count on the ruler for posterity. The author of Mughal Cornwallis were the valuable courtiers. ਮੁਗਲ ਦਾ ਇਤਿਹਾਸ ਲਿਖਣ ਦੇ ਲਈ ਦਰਬਾਰ ਦੇ ਵਿੱਚ ਹੀ ਵਿਅਕਤੀ ਨਿਯੁਕਤ ਕੀਤੇ ਗਏ ਸੀਗੇ। The history throughout the course event centered on the ruler, his family, the court and nobles, wars and administrative arrangement. ਹਿਸਟੋਰੀਅਨ ਜਿਹੜੇ ਸੀਗੇ ਇੰਪੋਰਟੈਂਟ ਇਵੈਂਟ ਬਾਰੇ ਲਿਖਦੇ ਸੀਗੇ, ਫੈਮਿਲੀ ਦਾ ਇਤਿਹਾਸ ਲਿਖਦੇ ਸੀਗੇ, ਦਰਬਾਰ ਦਾ, ਨੋਬਲਸ ਦਾ, ਲੜਾਈਆਂ ਦਾ, ਐਡਮਿਨਿਸਟ੍ਰੇਟਿਵ ਕਿਵੇਂ ਦਾ ਸੀਗਾ, ਸਾਰੇ ਬਾਰੇ ਜਿਹੜਾ ਇਤਿਹਾਸ ਲਿਖਿਆ ਜਾਂਦਾ ਸੀਗਾ। The titles such as the Akbarnama, Shahjahanama, Alamgirnama, that is the story of Akbar, Shahjahan and Alamgir, title of Mughal ruler Aurangzeb। ਉਹਨਾਂ ਨੇ ਟਾਈਟਲ ਪ੍ਰਾਪਤ ਕੀਤੇ ਸੀਗੇ ਔਰ ਉਹਨਾਂ ਦੀ ਜੀਵਨੀ ਨੂੰ ਜਿਹੜੀ ਕਿਤਾਬ ਦਾ ਨਾਮ ਸੀਗਾ ਉਹਨਾਂ ਦੇ ਉੱਪਰ ਆਧਾਰਿਤ ਸੀਗਾ, ਜਿਵੇਂ ਅਕਬਰ, ਸ਼ਾਹਜਹਾਨ ਔਰ ਆਲਮਗੀਰ। ਔਰੰਗਜ਼ੇਬ ਦਾ ਦੂਸਰਾ ਨਾਮ ਸੀਗਾ ਜਾਂ ਟਾਈਟਲ ਅਡੋਪਟ ਕੀਤਾ ਸੀਗਾ ਉਹਨਾਂ ਨੇ। ਹਿਸਟਰੀ ਆਫ